ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਵਿਥਾਰੋ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜੂਰ ਭਗਤ ਵਸ਼ਲ ਕਰਨਾ ਨਿਧਾਨ। ਹਲਤ ਪਲਤ ਦੇ ਰਖਿਅਕ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੇ ਸਤ ਸੰਗੀ ਜਨੋ, ਆਪ ਜੀ ਵੱਡ ਭਾਗੀ ਹੋ। ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਮਹਾਨ ਸੂਰਬੀਰ ਮਹਾਨ ਕਵੀ ਮਹਾਨ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਆਗਮਨ ਦਿਹਾੜੇ ਨੂੰ ਮਨਾ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜੇ ਜੀਵਨ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕੋਈ ਵੀ ਸਾਨੀ ਨਹੀਂ ਹੈ। ਸੂਰਮੇ ਬਹੁਤ ਹੋਣਗੇ ਪਰ ਉਹਨਾਂ ਵਿੱਚ ਇੱਕ ਸੂਰਮਤਾਈ ਦੀ ਝਲਕ ਪਏਗੀ, ਉਹ ਦਾਨੀ ਨਹੀਂ ਹੋਏਗਾ। ਕੋਈ ਦਾਨੀ ਹੋਏਗਾ ਧੀਰਜ ਵਾਲਾ ਸਹਿਜਤਾ ਵਾਲਾ ਨਹੀਂ ਹੋਏਗਾ। ਕੋਈ ਪ੍ਰੇਮ ਦੀ ਪ੍ਰੀਤ ਵਾਲਾ ਨਹੀਂ ਹੋਏਗਾ। ਪਰ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਣਾਂ ਦੀ ਗੱਲ ਕਰੀਏ, ਜਿੱਧਰ ਵੀ ਵੇਖੋਗੇ, ਜੇ ਲਿਖਾਰੀ ਪੱਖੋਂ ਵੇਖੋਗੇ ਕਿ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਲਿਖਾਰੀ ਨਹੀਂ, ਕੋਈ ਕਵੀ ਨਹੀਂ ਹੈ। ਸੂਰਬਤਾਈ ਵੱਲ ਵੇਖਾਂਗੇ ਕਿ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਸੂਰਮਾ ਵੀ ਨਹੀਂ ਹੈ। ਜੇ ਦਾਨੀਆਂ ਦੀ ਗੱਲ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਕੋਈ ਨਹੀਂ, ਤੇ ਜੇ ਭਗਤਾਂ ਦੇ ਵਿੱਚੋਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਵਰਗਾ ਭਗਤ ਕੋਈ ਨਹੀਂ, ਸੰਤ ਕੋਈ ਨਹੀਂ। ਸੰਤ ਵੀ, ਸਿਪਾਹੀ ਵੀ, ਸੂਰਮੇ ਵੀ, ਕਵੀ ਵੀ, ਵਿਦਵਾਨਾਂ ਦੇ ਵਿਦਵਾਨ ਵੀ, ਆਪ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਮਨਾ ਰਹੇ ਹੋ। ਸਤਿਗੁਰ ਦੇ ਜੀਵਨ ਵਿੱਚੋਂ ਕੁਝ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ
ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਸਾਰੇ ਅਸੀਸ ਬਖਸ਼ੋ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀਆਂ ਨੇ ਆਪਣੀ ਜੋ ਕਥਾ ਹੈ ਉਹ ਆਪ ਵਰਣਨ ਕੀਤੀ ਹੈ, ਕਿਸੇ ਦੂਸਰੇ ਨੇ ਵਰਣਨ ਨਹੀਂ ਕੀਤਾ ਹੈ। ਤੇ ਕੀਤੀ ਵੀ ਮਹਾਰਾਜ ਨੇ ਕਵਿਤਾ ਦੇ ਰੂਪ ਵਿੱਚ ਹੈ, ਜਿਸ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੁਹਿਆਨੋ। ਹੇਮ ਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਪਤ ਸ੍ਰਿੰਗ ਤਹ ਨਾਮ ਕਹਾਵਾ ਪੰਡ ਰਾਜ ਜੋਗ ਕਮਾਵਾ। ਤੇ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਰਾਧੀ। ਇਹ ਵਿਦ ਕਰਤ ਤਪੱਸਿਆ ਭਇਓ ਦ્વੈਤ ਤੇ ਏਕ ਰੂਪ ਹਵੈ ਕਯੋ। ਸਾਹਿਬ ਜੀ ਕਹਿੰਦੇ ਮੈਂ ਉਸ ਮਾਲਕ ਦੀ ਅਕਾਲ ਪੁਰਖ ਦੀ ਤਪੱਸਿਆ ਬੰਦਗੀ ਕਰਦਾ ਕਰਦਾ ਉਸ ਵਿੱਚ ਹੀ ਅਭੇਦ ਹੋ ਗਿਆ। ਮੇਰੇ ਤੇ ਮੇਰੇ ਮਾਲਕ ਵਿੱਚ ਕੋਈ ਅੰਤਰ ਨਹੀਂ ਰਿਹਾ। ਦ્વੈਤ ਤੇ ਏਕ ਰੂਪ ਹਵੈ ਗਇਓ। ਤਾਤ ਮਾਤ ਮੁਰ ਅਲਖ ਅਰਾਧਾ। ਸਤਿਗੁਰੂ ਜੀ ਕਹਿੰਦੇ ਕੱਲੀ ਮੇਰੀ ਭਗਤੀ ਨਹੀਂ ਸੀ, ਮੇਰੇ ਤਾਤ ਪਿਤਾ ਦੀ ਤੇ ਮੇਰੀ ਮਾਤਾ ਦੀ ਬਹੁਤ ਭਗਤੀ ਸੀ, ਬੜੀ ਬੰਦਗੀ ਸੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੇ ਮਾਤਾ ਗੁਜਰ ਕੌਰ ਦੀ ਬੜੀ ਬੰਦਗੀ ਹੈ। ਧੰਨ ਹੈ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਕੁੱਖ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਨਮ ਲੈਣਾ ਕੀਤਾ ਹੈ। ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲਿਆ। ਚਿਤਨਾ ਪਇਓ ਹਮਰੋ ਆਵਨ ਕਾ ਚੁਭੀ ਰਹੀ ਸੁਰਤ ਪ੍ਰਭ ਚਰਨਨ। ਜਿਉ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਇਹ ਲੋਕ ਪਠਾਇਓ। ਸਤਿਗੁਰੂ ਜੀ ਕਹਿੰਦੇ ਮੈਂ ਇਸ ਸੰਸਾਰ ਵਿੱਚ ਆਇਆ ਕਿਸ ਕਾਰਨ ਦੇ ਲਈ। ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਉਸ ਗੁਰਦੇਵ ਉਸ ਪਰਮਾਤਮਾ ਨੇ ਘੱਲਿਆ। ਜਹਾਂ ਤਹਾਂ ਤੁਮ ਧਰਮ ਵਿਥਾਰੋ ਦੁਸ਼ਟ ਦੋਖੀਆਂ ਪਕਰ ਪਛਾਰੋ। ਸਤਿਗੁਰੂ ਜੀ ਕਹਿੰਦੇ ਮੈਂ ਦੁਸ਼ਟਾਂ ਨੂੰ ਖਤਮ ਕਰਨ ਆਇਆ, ਦੁਸ਼ਟਾਂ ਦਾ ਅੰਤ ਕਰਨ ਆਇਆ। ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਅਪਾਰਨ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਏ ਇਸ ਸੰਸਾਰ ਤੇ। ਸੁੱਤੀ ਹੋਈ ਅਣਖ ਨੂੰ ਜਗਾਉਣ ਆਏ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਤਾਂ ਹੀ ਜੇ ਮਹਾਰਾਜ ਦੇ ਬਚਪਨ ਦੇ ਕੌਤਕ ਵੇਖਾਂਗੇ ਨਾ, ਜਿਹਦੇ ਨਵਾਬ ਦੀ ਸਵਾਰੀ ਲੰਘਦੀ ਤੇ ਕਹਿੰਦੇ ਜਿਹੜੇ ਬੱਚੇ ਡਰ ਜਾਂਦੇ ਸੀ ਸਲਾਮ ਕਰਦੇ ਸਨ, ਤੇ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਜੀ ਕਹਿੰਦੇ ਡਰਨਾ ਨਹੀਂ, ਸਲਾਮ ਨਹੀਂ ਕਰਨੀ। ਅਸੀਂ ਕਿਸੇ ਨੂੰ ਡਰਾਉਣਾ ਨਹੀਂ ਤੇ ਨਾ ਹੀ ਕਿਸੇ ਤੋਂ ਡਰਨਾ ਹੈ। ਬਾਲਾ ਪ੍ਰੀਤਮ ਜੀ ਕਹਿੰਦੇ ਜੇ ਸਵਾਰੀ ਆਏਗੀ ਤੇ ਕਹਿੰਦੇ ਖੋਲ ਦੰਦੀਆਂ ਕੱਢਣੀਆਂ, ਹੱਸਣਾ, ਡਰਨਾ ਨਹੀਂ, ਖੇਡਣਾ ਹੈ। ਜਦੋਂ ਮਹਾਰਾਜ ਬਾਲਾ ਪ੍ਰੀਤਮ ਜੀ ਵੇਖਦੇ ਨੇ ਸਵਾਰੀ ਆਉਂਦੀ ਤੇ ਕਹਿੰਦੇ ਨਾਲ ਸਾਰੇ ਬੱਚੇ ਖਿੜ ਖੜਾ ਕੇ ਹੱਸਦੇ, ਕੋਈ ਡਰਦਾ ਨਹੀਂ।
ਡਰ ਤਾਂ ਸਤਿਗੁਰਾਂ ਨੇ ਅੰਦਰੋਂ ਕੱਢ ਕੇ ਰੱਖ ਦਿੱਤਾ ਵੀ ਡਰਨਾ ਤਾਂ ਹੈ ਹੀ ਨਹੀਂ। ਭੈ ਤਾਂ ਨਾ ਕਿਸੇ ਨੂੰ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਨੇ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਨਾ ਤਾਂ ਡਰ ਮੰਨਣਾ ਹੈ ਤੇ ਨਾ ਡਰ ਕਿਸੇ ਨੂੰ ਦੇਣਾ ਹੈ। ਇੱਕ ਬੜੀ ਵੱਡੀ ਗੱਲ ਹੈ। ਗੁਰੂ ਸਾਹਿਬ ਜੀਆਂ ਨੇ ਤਲਵਾਰ ਉਠਾਈ, ਕਿਸ ਸ਼ਸਤਰ ਉਠਾਏ, ਕਿਸ ਕਾਰਨ ਦੇ ਲਈ? ਜਿਵੇਂ ਇੱਕ ਚਾਕੂ ਡਾਕਟਰ ਦੇ ਹੱਥ ਵਿੱਚ ਵੀ ਹੁੰਦਾ ਹੈ ਤੇ ਕਾਤਲ ਦੇ ਹੱਥ ਵਿੱਚ ਵੀ ਹੁੰਦਾ ਹੈ, ਪਰ ਡਾਕਟਰ ਜਿਹੜਾ ਹੈ ਉਹ ਇਲਾਜ ਕਰਨ ਦੇ ਲਈ ਵਰਤਦਾ ਹੈ, ਪਰ ਜਿਹੜਾ ਕਾਤਲ ਹੋਏਗਾ ਜੇ ਉਹ ਚਾਕੂ ਦੀ ਵਰਤੋਂ ਕਰੇਗਾ ਉਹ ਕਿਸੇ ਨੂੰ ਮਾਰਨ ਦੇ ਲਈ ਕਰੇਗਾ, ਕਿਸੇ ਨੂੰ ਦੇ ਲਈ ਨਹੀਂ ਕਰੇਗਾ। ਜਿਹੜਾ ਕਾਤਲ ਹੈ ਉਹ ਤੋਂ ਚਾਹੇ ਕੋਈ ਮਰੇ ਨਾ, ਪਰ ਉਹ ਵਰਤੋਂ ਕਰੇ, ਕਹਿੰਦੇ ਇਰਾਦਾ ਕਤਲ ਦਾ ਕੇਸ ਉਤੇ ਦਰਜ ਹੋ ਜਾਂਦਾ ਵੀ ਇਹਨੇ ਕਿਸੇ ਨੂੰ ਮਾਰਨ ਦਾ ਯਤਨ ਕੀਤਾ। ਪਰ ਡਾਕਟਰ ਪਾਸੋਂ ਜੇ ਕਿਸੇ ਦੀ ਮੌਤ ਵੀ ਹੋ ਜੇ, ਜੇ ਨਾ ਬਚੇ, ਉਹ ਤੇ ਕੋਈ ਦੋਸ਼ ਨਹੀਂ ਹੋਏਗਾ, ਉਹ ਤੇ ਉਹਦਾ ਕੋਈ ਗੁਨਾਹ ਨਹੀਂ, ਉਹਨੇ ਆਪਣਾ ਬਚਾਉਣ ਦਾ ਯਤਨ ਕੀਤਾ। ਸਤਿਗੁਰੂ ਪਾਤਸ਼ਾਹ ਨੇ ਤਲਵਾਰ ਉਠਾਈ, ਸ਼ਸਤਰ ਉਠਾਏ, ਮਲਜੂਮਾਂ ਦੀ ਰੱਖਿਆ ਖਾਤਰ 14 ਜੰਗਾਂ ਲੜੀਆਂ ਹਨ, ਚਰ ਜੋਰੂ ਜ਼ਮੀਨ। ਜੋ ਪਹਿਲਾਂ ਇਹ ਚੱਲਦਾ ਸੀ ਵੀ 3 ਕਾਰਨਾਂ ਕਰਕੇ ਜੰਗ ਹੁੰਦੀ ਹੈ, 3 ਕਾਰਨ ਮੰਨੇ ਜਾਂਦੇ ਨੇ ਜੰਗ ਦੇ, ਜਰ ਜੋਰੂ ਜ਼ਮੀਨ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਰੀਤੀ ਮਿਟਾ ਦਿੱਤੀ। ਸਤਿਗੁਰ ਜੀਆਂ ਦੇ ਇਹਨਾਂ ਜੰਗਾਂ ਵਿੱਚੋਂ ਕਿਤੇ ਐਸਾ ਕਾਰਨ ਨਹੀਂ ਹੋਇਆ ਕਿ ਜਰ ਜੋਰੂ ਜ਼ਮੀਨ ਖਾਤਰ ਕਿਤੇ ਜੰਗ ਲੜੀ ਹੋਈ, ਨਹੀਂ। ਮਹਾਰਾਜ ਦੇ ਜੰਗ ਦੇ ਅਸੂਲ ਸੀ, ਪਹਿਲਾਂ ਕਿਤੇ ਚੜ ਕੇ ਗਏ ਨਹੀਂ ਤੇ ਜਿਹੜਾ ਚੜ ਕੇ ਆਇਆ ਹੈ ਉਹਨੂੰ ਜਵਾਬ ਵੀ ਦਿੱਤਾ। ਜੇ ਕਿਸੇ ਨੇ 2 ਹੱਥ ਸਹਿਜ ਖਾਂ, ਜਿਹਦੀ ਭੈਣ ਬੀਬੀ ਨਸੀਰਾ ਪੀਰ ਬੁੱਧੂ ਸ਼ਾਹ ਦੇ ਨਾਲ ਵਿਆਹੀ ਹੋਈ ਹੈ, ਉਹ ਸਹਿਜ ਖਾਂ ਕਹਿੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਖਤਮ ਕਰਨ ਚੱਲਿਆ। ਮੈਂ ਲਲਕਾਰ ਕੇ ਕਿਹਾ, ਔਰੰਗਜ਼ੇਬ ਜਦੋਂ ਪੁੱਛਿਆ ਵੀ ਕੋਈ ਹੈ ਨਹੀਂ ਸੂਰਮਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰੇ, ਸਹਿਜ ਖਾਂ ਉੱਠਿਆ ਸੀ। ਜਦੋਂ ਉਹ ਜਾਣ ਲੱਗਿਆ ਨਾ, ਰਸਤੇ ਵਿੱਚ ਪੀਰ ਬੁੱਧੂ ਸ਼ਾਹ ਤੇ ਆਪਣੀ ਭੈਣ ਨੂੰ ਮਿਲਿਆ ਤੇ ਭੈਣ ਪੁੱਛਦੀ ਹੈ, ਕਹਿੰਦੀ ਵੀਰਾ ਕਿੱਧਰ ਚੱਲਿਆ? ਕਹਿੰਦਾ ਭੈਣ ਮੈਂ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨ ਚੱਲਿਆ। ਵੇਖੋ ਇੱਕ ਪਿੱਛੇ ਇੱਕ ਦੇ ਅੰਦਰ ਕਿੱਡੀ ਸ਼ਰਧਾ ਹੈ, ਕਿਤਨਾ ਪ੍ਰੇਮ ਹੈ। ਕਹਿਣ ਲੱਗੀ ਤੂੰ ਖੁਦਾ ਨਾਲ ਟੱਕਰ ਲੈਣ ਚੱਲਿਆ? ਸੈਦ ਖਾਂ ਤੂੰ ਖੁਦਾ ਨਾਲ ਟੱਕਰ ਲੈਣ ਚੱਲਿਆ? ਕਹਿੰਦੇ ਪਿੱਛੇ ਮੁੜ ਜਾ, ਬਹੁਤ ਪਛਤਾਏਗਾ ਜੇ ਖੁਦਾ ਨਾਲ ਟੱਕਰ ਲੈ ਲਿਆ। ਪਰ ਇਹ ਨਾ ਹਟਿਆ, ਚਲਿਆ ਗਿਆ। ਰਸਤੇ ਵਿੱਚ ਸੋਚਦਾ ਹੈ, ਵਿਚਾਰਦਾ ਹੈ ਵੀ ਐਸਾ ਕੀ ਹੈ ਪੀਰ ਬੁੱਧੂ ਸ਼ਾਹ ਦੇ ਅੰਦਰ, ਕੀ ਐਸੀ ਸ਼ਰਧਾ ਬਣ ਗਈ ਹੈ ਮੇਰੀ ਭੈਣ ਬੀਬੀ ਨਸੀਰਾ ਦੇ ਅੰਦਰ, ਜਿਨ੍ਹਾਂ ਨੇ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਦਾ ਲੜ ਪਕੜਿਆ ਹੋਇਆ ਹੈ। ਤੇ ਕਹਿੰਦੇ ਮਨ ਹੀ ਮਨ ਖਿਆਲ ਆਇਆ, ਜੇ ਵਾਕਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਾਤਸ਼ਾਹ ਖੁਦਾ ਦਾ ਰੂਪ ਹਨ। ਦੇਖੋ ਜੰਗ ਦੇ ਅਸੂਲ ਕੀ ਸਨ। ਸਤਿਗੁਰ ਜੀ ਪ੍ਰੇਮ ਵੀਰ ਵੀ ਨੇ ਤੇ ਯੋਧੇ ਵੀ ਨੇ। ਤੇ ਇਹ ਸੈਦ ਖਾਂ ਕਹਿੰਦਾ ਵੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਆਉਣ, ਕੱਲੇ ਆਉਣ, ਕੱਲੇ ਮੇਰੇ ਨਾਲ 2 ਹੱਥ ਕਰਨ। ਮਨ ਚ ਦੇ ਖਿਆਲ ਚੱਲਦਾ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੀਲੇ ਤੇ ਸਵਾਰ, ਸਤਿਗੁਰ ਜੀ ਕਲਗੀ ਝੂਲਦੀ
ਮਹਾਰਾਜ ਸ਼ਸਤਰ ਵਸਤਰ ਧਾਰਨ ਕੀਤੇ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਘੋੜੇ ਦੀਆਂ ਲਗਾਮਾਂ ਇਸ ਸੈਦ ਖਾਂ ਦੇ ਸਾਹਮਣੇ ਆ ਕੇ ਰੋਕ ਦਿੱਤੀਆਂ, ਖਿੱਚ ਦਿੱਤੀਆਂ। ਮਹਾਰਾਜ ਸਾਹਮਣੇ ਖਲੋ ਗਏ ਤੇ ਗੁਰੂ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ, ਕਹਿੰਦੇ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਸਤਿਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ, ਸੈਦ ਖਾਂ ਚੁੱਪ ਹੋ ਗਿਆ, ਦਰਸ਼ਨ ਕਰਦਾ ਹੀ ਰਹਿ ਗਿਆ। ਮਾਰੇ ਕਹਿੰਦੇ ਸੈਦ ਖਾਂ ਕਰ ਵਾਰ, ਤੂੰ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੱਲੇ ਮਿਲਣ, ਕਹਿੰਦੇ ਅੱਜ ਤੇਰੇ ਸਾਹਮਣੇ ਕੱਲਾ ਖਲੋਤਾ ਹੈ ਤੇ ਕਰ ਵਾਰ, ਤੂੰ ਵੀ ਆਪਣੀ ਮਨ ਦੀਆਂ ਪਗਾਉਣਾ ਕਰ। ਜਦੋਂ ਇਹ ਗੱਲ ਕਹੀ, ਕਹਿੰਦੇ ਇਸ ਸੈਦ ਖਾਂ ਦੇ ਹੱਥੋਂ ਹਥਿਆਰ ਛੁੱਟ ਗਏ। ਹਥਿਆਰ ਛੁੱਟੇ ਤੇ ਕਹਿੰਦੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ ਲੈਣ ਆਇਆ ਸੀ, ਉਸ ਸੈਦ ਖਾਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਰੱਖ ਦਿੱਤਾ। ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ। ਤੇ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਰੱਖਿਆ, ਮਹਾਰਾਜ ਕਹਿੰਦੇ ਜੇ ਸੂਰਮਿਆਂ ਦੀ ਤਰ੍ਹਾਂ ਲੜਦਾ ਤੇ ਲੜਦੇ, ਅੱਜ ਹੁਣ ਤੂੰ ਪ੍ਰੇਮ ਦੇ ਵਿੱਚ ਆਇਆ। ਮਹਾਰਾਜ ਕਹਿੰਦੇ ਗਲਵੱਕੜੀ ਪਾ ਕੇ ਮਿਲਣਾ ਕਰ। ਆਪਣੀ ਗਲਵੱਕੜੀ ਵਿੱਚ ਲਿਆ ਸੈਦ ਖਾਂ। ਗੁਰੂ ਸਾਹਿਬ ਜੀ ਦੇ ਜੀਵਨ ਨੂੰ ਵੇਖਾਂ, ਜੇ ਕਿਤੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਨਾਲ ਜੰਗ ਹੋਣੀ, ਕਿੱਡਾ ਵੱਡਾ ਸਤਿਗੁਰ ਜੀਆਂ ਨੇ ਸਿਧਾਂਤ ਬਖਸ਼ਿਆ। ਜੇ ਕਿਤੇ ਵੈਰੀ ਨਾਲ ਜੰਗ ਹੋਣੀ, ਜੰਗ ਜਿੱਤ ਲੈਣੀ, ਤੇ ਸਤਿਗੁਰ ਜੀਆਂ ਦੇ ਸਿੱਖ ਜਿਹੜੇ ਸਨ, ਉਹ ਵੈਰੀਆਂ ਦੀਆਂ ਜਿਹੜੀਆਂ ਇਸਤਰੀਆਂ ਸਨ, ਉਹਨਾਂ ਨੂੰ ਲੈ ਆਉਣਾ ਇੱਕ ਦੋ ਵਾਰ। ਉਦੋਂ ਗੁਰੂ ਸਾਹਿਬ ਜੀਆਂ ਨੇ ਕਿਹਾ ਸੀ ਕਿ ਭਾਈ ਸਿੱਖੋ, ਕਿਸੇ ਇਸਤਰੀ ਤੇ ਹੱਥ ਨਹੀਂ ਚੁੱਕਣਾ, ਇਮਾਨ ਮਾਰੇ ਕਹਿੰਦੇ ਇੱਜ਼ਤ ਸਮੇਤ ਵਾਪਸ ਕਰਕੇ ਆਓ। ਸਿੱਖ ਕਹਿੰਦੇ ਮਹਾਰਾਜ ਉਹ ਵੈਰੀ, ਉਹਨਾਂ ਨੇ ਸਾਡਾ ਏਡਾ ਨੁਕਸਾਨ ਕੀਤਾ ਹੈ, ਉਹ ਸਾਡੀ ਜਾਨ ਲੈਣ ਤੇ ਤੁਲੇ ਹਨ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਸਤਿਗੁਰੂ ਜੀ ਕਹਿੰਦੇ ਸਿੱਖ ਨੂੰ ਮੈਂ ਇਹ ਨਹੀਂ ਬਣਾਇਆ, ਸਿੱਖ ਦਾ ਕਿਰਦਾਰ ਬੜਾ ਉੱਚਾ ਬਣਾਇਆ ਹੈ। ਜੇ ਕਿਤੇ ਦੁਸ਼ਮਣ ਦੀ ਵੀ ਧੀ ਭੈਣ ਸਾਡੇ ਕਿਤੇ ਆ ਜਾਵੇ, ਪਾਤਸ਼ਾਹ ਕਹਿੰਦੇ ਉਹ ਵੀ ਆਪਣੇ ਆਪ ਨੂੰ ਸੇਵ ਸਮਝੇ, ਸੁਰੱਖਿਅਤ ਸਮਝੇ। ਸਤਿਗੁਰੂ ਜੀਆਂ ਨੇ 14 ਜੰਗਾਂ ਲੜੀਆਂ। ਜੇ ਬਚਪਨ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ, ਮਹਾਰਾਜ ਜੀ ਪਟਨੇ ਦੀ ਧਰਤੀ ਤੇ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇ। ਜਦੋਂ ਗੁਰੂ ਸਾਹਿਬ ਜੀ ਦੀ ਆਮਦ ਹੁੰਦੀ ਹੈ, ਪੌ ਸੁਦੀ 7ਵੀਂ, ਅੱਜ ਦਾ ਦਿਨ ਹੈ, ਤੇ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵਕਤ ਅਸਾਮ ਦੀ ਧਰਤੀ ਤੇ, ਢਾਕੇ ਦੀ ਧਰਤੀ ਤੇ, ਘਰ ਵਿੱਚ ਪੁੱਤਰ ਦੀ ਆਮਦ ਹੋਈ ਹੈ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਘਰ ਨਹੀਂ ਹਨ। ਪਟਨੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਜਿਹੜਾ ਵੀ ਆਉਂਦਾ ਹੈ ਮੰਗਣ ਵਾਲਾ, ਉਹ ਖੁਸ਼ੀ ਦੇ ਨਾਲ ਜਾਂਦਾ ਹੈ। ਪਰ ਇੱਕ ਫਕੀਰ ਪੀਰ ਭੀਖਣ ਸ਼ਾਹ, ਜਿਹੜਾ ਰੋਜ਼ ਪੱਛਮ ਵੱਲ ਸਿਜਦਾ ਕਰਦਾ ਸੀ, ਪਰ ਅੱਜ ਇਸਨੇ ਪੂਰਬ ਵੱਲ ਸਿਜਦਾ ਕੀਤਾ। ਚੇਲੇ ਕਹਿਣ ਲੱਗੇ, ਮਰੀਦ ਕਹਿਣ ਲੱਗੇ ਕਿ ਪੀਰ ਜੀ ਕੀ ਗੱਲ ਹੋ ਗਈ, ਅੱਜ ਤੁਹਾਨੂੰ ਕੀ ਹੋ ਗਿਆ? ਰੋਜ਼ ਪੱਛਮ ਵੱਲ ਸਿਜਦਾ ਕਰਦੇ ਹੋ, ਅੱਜ ਪੂਰਬ ਵੱਲ ਕਰ ਦਿੱਤਾ। ਪੀਰ ਕਹਿਣ ਲੱਗਿਆ, ਜਿਸ ਖੁਦਾ ਦੇ ਮੈਂ ਦਰਸ਼ਨ ਰੋਜ਼ ਕਰਦਾ ਹੈ ਨਾ ਪੱਛਮ ਵੱਲ, ਕਹਿੰਦੇ ਅੱਜ ਉਹ ਖੁਦਾ ਪੂਰਬ ਦਿਸ਼ਾ ਵੱਲ ਜਨਮ ਧਾਰ ਕੇ ਆਇਆ ਹੈ। ਤੇ ਜਦੋਂ ਇਹ ਗੱਲ ਕਹੀ, ਦਰਸ਼ਨ ਕਰਨੇ ਹਨ ਕੁੜਾਮ ਦੀ ਧਰਤੀ ਤੋਂ,
ਪਟਨੇ ਦੀ ਧਰਤੀ ਤੇ ਆਇਆ ਹੈ। ਬਾਕੀ ਸਾਰੇ ਗਏ, ਕੋਈ ਧਨ ਲਈ, ਕੋਈ ਮਾਇਆ ਲਈ, ਕੋਈ ਖਾਣ ਪੀਣ, ਕੋਈ ਵਸਤਰ ਲਈ। ਕਿਸੇ ਨੂੰ ਮਿਲਦੇ ਉਹ ਚਲਿਆ ਜਾਂਦਾ। ਮਾਮਾ ਕਿਰਪਾਲ ਚੰਦ ਜੀ ਮਾਤਾ ਜੀਆਂ ਨੂੰ ਆਖਦੇ, ਕਹਿੰਦੇ ਮਾਤਾ ਜੀ ਇਹ ਜਿਹੜਾ ਪੀਰ ਆਇਆ ਨਾ ਇਹ ਕੁਝ ਖਾਂਦਾ ਹੈ, ਨਾ ਪੀਂਦਾ ਹੈ, ਨਾ ਵਸਤਰ ਮੰਗਦਾ, ਨਾ ਧਨ ਮੰਗਦਾ ਹੈ। ਬਸ ਇਸ ਨੇ ਇੱਕੋ ਹੀ ਹੱਥ ਠਾਣਿਆ ਕਿ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ, ਬਾਲਕ ਗੋਬਿੰਦ ਰਾਏ ਦੇ ਦਰਸ਼ਨ ਕਰਨੇ। ਜਦੋਂ ਇਹ ਆਪਣੇ ਹੱਥ ਨੂੰ ਛੱਡਦਾ ਨਹੀਂ ਪਿਆ, ਜਦੋਂ ਉਸਨੇ ਇਸ ਤਰ੍ਹਾਂ ਆਪਣੀ ਪੂਰੀ ਰੀਤ ਦਰਵਾਜ਼ੇ ਤੇ ਬੈਠਾ ਹੋਇਆ ਹੈ, ਜਾਂਦਾ ਨਹੀਂ, ਬਸ ਦਰਸ਼ਨ ਕਰਕੇ ਜਾਏਗਾ, ਨਹੀਂ ਤੇ ਆਪਣੇ ਪ੍ਰਾਣ ਤਿਆਗ ਦੇਗਾ। ਜਦੋਂ ਇਹ ਗੱਲ ਪਤਾ ਲੱਗੀ, ਮਾਤਾ ਜੀ ਕਹਿੰਦੇ ਦਰਸ਼ਨ ਕਰਾਓ। ਫਿਰ ਪੀਰ ਆਪਣੇ ਕੁਝ ਸਵਾਲ ਲੈ ਕੇ ਆਇਆ, 2 ਕੁੱਜੀਆਂ ਲੈ ਕੇ ਆਇਆ, ਪਾਣੀ ਸੀ, ਇੱਕ ਵਿੱਚ ਦੁੱਧ ਹੈ। ਉਹਨੇ ਆਪਣੀਆਂ ਕੁੱਜੀਆਂ ਅੱਗੇ ਕੀਤੀਆਂ। ਸਤਿਗੁਰੂ ਗੋਬਿੰਦ ਰਾਏ ਜੀਆਂ ਨੇ ਆਪਣੇ ਦੋਵੇਂ ਹੱਥ ਉਸ ਕੁੱਜੀਆਂ ਤੇ ਰੱਖ ਦਿੱਤੇ ਤੇ ਉਹ ਵਾਪਸ ਚਲਾ ਗਿਆ ਸਿਜਦਾ ਕਰਕੇ। ਮੁਰੀਦ ਜਿਹੜੇ ਸੀ ਉਹ ਪੁੱਛਣ ਲੱਗੇ, ਕਹਿੰਦੇ ਪੀਰ ਜੀ ਸਾਨੂੰ ਇੰਨੀ ਗੱਲ ਨਹੀਂ ਸਮਝ ਆਈ, ਏਡੀ ਦੂਰੋਂ ਚੱਲ ਕੇ ਆਏ, ਨਾ ਧਨ, ਨਾ ਵਸਤਰ, ਨਾ ਮਾਇਆ, ਕੁਝ ਵੀ ਤੁਸੀਂ ਮੰਗਿਆ ਨਹੀਂ, ਬਸ 2 ਕੁੱਜੀਆਂ ਅੱਗੇ ਕੀਤੀਆਂ। ਬਾਲਕ ਨੇ ਉਹ 2 ਹੱਥ ਰੱਖੇ ਆਪਣੇ ਦੋਵਾਂ ਤੇ ਕੁੱਜੀਆਂ ਤੇ ਤੁਸੀਂ ਵਾਪਸ ਚਲੇ ਗਏ, ਸਾਨੂੰ ਗੱਲ ਸਮਝ ਵਿੱਚ ਨਹੀਂ ਆਈ। ਪੀਰ ਕਹਿਣ ਲੱਗਿਆ, ਮੈਂ ਆਪਣਾ ਸਵਾਲ ਲੈ ਕੇ ਆਇਆ ਸੀ ਕਿ ਜੋ ਖੁਦਾ ਆਇਆ ਹੈ ਇਹ ਹਿੰਦੂਆਂ ਦਾ ਪੱਖ ਪੂਰੇਗਾ ਕਿ ਮੁਸਲਮਾਨਾਂ ਦਾ। ਕਹਿੰਦੇ ਅੱਜ ਦੋਵਾਂ ਤੇ ਹੱਥ ਰੱਖ ਦਿੱਤਾ ਕਿ ਦੋਹਾਂ ਦਾ ਭਲਾ ਮਨਾਵਾਂਗਾ ਮੈਂ, ਦੋਹਾਂ ਦਾ ਭਲਾ ਮਨਾਵਾਂਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਇੱਕ ਜਾਤੀ ਨਾਲ, ਕਿਸੇ ਨਾਲ ਨਫ਼ਰਤ ਜਾਂ ਲੜ ਨਹੀਂ ਆਏ ਸਨ, ਕਿਸੇ ਇੱਕ ਨੂੰ ਖਤਮ ਕਰਨ ਨਹੀਂ ਆਏ ਸਨ, ਕਿਸੇ ਨਾਲ ਵੈਰ ਵਿਰੋਧਤਾ ਨਹੀਂ ਸੀ। ਗੁਰੂ ਸਾਹਿਬ ਜੀ ਸਤਿਗੁਰੂ ਜੀ ਜ਼ੁਲਮ ਦਾ ਖਾਤਮਾ ਕਰਨ ਆਏ ਸੀ ਤੇ ਅਣਖ ਭਰਨ ਆਏ ਸੀ, ਪ੍ਰੇਮ ਜਗਾਉਣ ਆਏ ਸੀ। ਪਾਤਸ਼ਾਹ ਤਾਂ ਆਪ ਕਹਿੰਦੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ। ਮਾਰੇ ਦੀ ਬਾਣੀ ਪੜੋ। ਸਤਿਗੁਰੂ ਪਾਤਸ਼ਾਹ ਜੀ ਤਾਂ ਕਿਰਪਾ ਕਰਦੇ ਨੇ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਾਰੇ ਕਹਿੰਦੇ ਪ੍ਰੇਮ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ, ਭਾਵੇਂ ਜਿੰਨਾ ਮਰਜੀ ਕੋਈ ਕਹਾਂ ਪਇਓ, 2 ਲੋਚਨ ਮੂੰਦ ਕੇ ਬੈਠ ਰਹਿਓ, ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ, ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਾਰੇ ਦੇ ਬਚਪਨ ਵਿੱਚੋਂ ਹੀ ਝਲਕਾਂ ਮਿਲ ਜਾਣਗੀਆਂ ਜੇ ਸਾਰੇ ਜੀਵਨ ਨੂੰ ਜਾਚਣਾ ਪੜ੍ਹਨਾ ਹੈ। ਸਤਿਗੁਰੂ ਜੀ ਗੰਗਾ ਦੇ ਵਿੱਚ ਨਾ ਮਹਾਰਾਜ ਦੇ ਹੱਥ ਵਿੱਚ 2 ਕੰਗਣ ਪਹਿਨੇ ਸਨ ਸੋਨੇ ਦੇ। ਇੱਕ ਕੰਗਣ ਡਿੱਗ ਜਾਂਦਾ ਹੈ। ਮਾਤਾ ਗੁਜਰ ਕੌਰ ਜੀ ਮਾਮਾ ਕਿਰਪਾਲ ਚੰਦ ਜੀ ਨਾਲ ਪੁੱਛਦੇ ਨੇ ਕਿ ਪੁੱਤਰ ਜੀ ਕੰਗਣ ਕਿੱਥੇ ਡਿੱਗਿਆ? ਜਿਹੜਾ ਕੰਗਣ ਡਿੱਗਿਆ ਹੈ ਉਹ ਕਿੱਥੇ ਡਿੱਗਿਆ ਹੈ? ਪਾਣੀ ਦੇ ਵਿੱਚ। ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਸਤਿਗੁਰੂ ਜੀਆਂ ਨੇ ਆਪਣੇ ਦੂਸਰੇ ਹੱਥ ਦਾ ਵੀ ਕੰਗਣ ਲਾ ਕੇ ਸੁੱਟ ਦਿੱਤਾ ਨਦੀ ਦੇ ਵਿੱਚ ਤੇ ਕਹਿਣ ਲੱਗੇ, ਮਾਂ ਇਸ ਥਾਂ ਤੇ ਕੰਗਣ ਡਿੱਗਿਆ। ਹੁਣ ਪਤਾ ਹੈ ਵੀ ਜਿਹੜਾ ਪਾਣੀ 'ਚ ਡਿੱਗ ਗਿਆ, ਨਦੀ 'ਚ ਡਿੱਗ ਗਿਆ, ਉਹਨੂੰ ਕਿੱਥੋਂ ਮਿਲੇਗਾ? ਪਾਪ ਨਾ ਸੋਨੇ ਨਾਲ ਮੋਹ, ਨਾ ਧਨ ਦੌਲਤ ਨਾਲ ਮੋਹ, ਇੱਥੋਂ ਤੱਕ ਕਿ ਆਪਣੇ ਪਰਿਵਾਰ ਨੂੰ ਵੀ ਮਾਰ ਦਿੱਤਾ।
ਪੁੱਤਰਾਂ ਦਾ ਵੀ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਸਤਰ ਗੁਰੂ ਸਤਿਗੁਰੂ ਜੀਆਂ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ, ਜਿਸ ਥਾਂ ਨੂੰ ਛੱਡ ਕੇ ਗਏ ਮੁੜ ਕੇ ਵਾਪਸ ਨਹੀਂ ਗਏ। ਧਨ ਦੌਲਤ ਮਾਇਆ ਸਭ ਕੁਝ ਤਿਆਗ ਦਿੱਤਾ, ਮੋਹ ਸਭ ਕੁਝ ਤਿਆਗ ਦਿੱਤਾ। ਇੱਥੋਂ ਤੱਕ ਕਿ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ, ਉਦੋਂ ਗੁਰੂ ਗੋਬਿੰਦ ਸਿੰਘ ਜੀਆਂ ਨੇ ਆਪਣੇ ਪਿਤਾ ਨੂੰ ਵੀ ਤੋੜ ਦਿੱਤਾ। ਜੇ 10 ਲੱਖ ਦਾ ਘੇਰਾ ਪਿਆ, ਕਿਤੇ ਥੋੜਾ ਜਿਹਾ ਘੇਰਾ ਪੈ ਜੇ ਤੇ ਕਹਿੰਦੇ ਚਿੰਤਾ ਪੈਦਾ ਹੋ ਜਾਂਦੀ ਹੈ, ਪਰ 10 ਲੱਖ ਦਾ ਘੇਰਾ 40 ਸਾਹਮਣੇ ਤੇ ਮਹਾਰਾਜ ਜੀਆਂ ਦੇ ਚਿਹਰੇ ਤੇ ਖੜਾ ਹੈ, ਨੂਰਾਨੀ ਚਿਹਰਾ ਹੈ। ਗੁਰੂ ਸਾਹਿਬ ਜੀਆਂ ਨੇ ਕਿੱਦਾਂ ਤਰਤੀਬ ਦੇ ਨਾਲ 40 ਨੂੰ ਹੀ ਮੁਕੰਮਲ ਕੀਤਾ। ਇੱਕ ਇੱਕ ਨੂੰ ਇੱਕ ਇੱਕ ਕਹਿੰਦੇ 1.25 ਲੱਖ ਦੇ ਨਾਲ ਲੜਾਇਆ ਹੈ। ਪੁੱਤਰਾਂ ਨੂੰ ਤੋਰਨਾ ਕੀਤਾ, ਜਕਾਰੇ ਛੱਡਣਾ ਕੀਤੇ, ਪੁੱਤਰ ਸ਼ਹੀਦ ਹੁੰਦੇ। ਤੇ ਮਹਾਰਾਜ ਜ਼ਫ਼ਰਨਾਮੇ ਵਿੱਚ ਜ਼ਿਕਰ ਕੀਤਾ, ਕਹਿੰਦੇ ਆ ਔਰੰਗਜ਼ੇਬ ਜਦੋਂ ਦੁਸ਼ਮਣ ਅੱਤ ਕਰ ਦਵੇ, ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ, ਮਾਰੇ ਕਹਿੰਦੇ ਉਦੋਂ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲੈਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਸਭ ਕੁਝ ਹੀ ਜਦੋਂ ਪਾਣੀ ਸਿਰਾਂ ਤੋਂ ਲੰਘ ਜਾਵੇ, ਜਦੋਂ ਸਾਰੀ ਅੱਤ ਚੱਕ ਦਿੱਤੀ ਜ਼ੁਲਮ ਦੀ, ਉਸ ਵਕਤ ਗੁਰੂ ਸਾਹਿਬ ਜੀ ਕਹਿੰਦੇ ਜੇ ਸਭ ਕੁਝ ਹੀ ਖਤਮ ਕਰ ਦਿੱਤਾ ਤੇ ਪਾਤਸ਼ਾਹ ਕਹਿੰਦੇ ਆਪਣੀ ਖਾਤਰ ਮਜ਼ਲੂਮਾਂ ਦੀ ਖਾਤਰ ਫਿਰ ਤਲਵਾਰ ਹਟਾਉਣੀ ਪੈਂਦੀ ਹੈ। ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਪਾਤਸ਼ਾਹ ਕਹਿੰਦੇ ਫਿਰ ਸ਼ਮਸ਼ੀਰ ਦੀ ਦਸਤ ਹੱਥ ਪਾਉਣਾ ਕਰੋ। ਭਾਈ ਨੰਦ ਲਾਲ ਜੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਭਾਰੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਦਰਸ਼ਨ ਕਰਦਿਆਂ ਇੱਕ ਕੇਸ ਵਿੱਚੋਂ ਵੀ ਸਤਿਗੁਰੂ ਜੀਆਂ ਦੇ 2 ਆਲਮ ਦੀਨ ਦੁਨੀਆ ਦੇ ਸੁੱਖ ਵੇਖਣਾ ਕੀਤੇ ਨੇ। ਸ਼ਰਧਾ ਸੀ ਜਿਨ੍ਹਾਂ ਦੀ। ਭਾਈ ਨੰਦ ਲਾਲ ਜੀ ਕਹਿੰਦੇ ਹਰ 2 ਆਲਮ ਕੀਮਤੇ ਜਗਤਾਰ ਹੋਏ ਜਾਰਮ, ਦੀਨ ਦੁਨੀਆ ਦਰਕ ਮੰਦੇ ਆਪਰੀ ਰੁਖਸਾਰ। ਹਰ 2 ਆਲਮ ਕੀਮਤੇ ਜਗਤਾਰ ਹੋਏ ਜਾਰਮ। ਐ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ, ਤੁਹਾਡੇ ਇੱਕ ਇੱਕ ਕੇਸ ਵਿੱਚੋਂ ਦੀਨ ਦੁਨੀਆ ਦੀਆਂ ਝਲਕਾਂ ਪੈਂਦੀਆਂ ਨੇ, ਸੁੱਖ ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਜਦੋਂ ਆਪਾਂ ਜੀਵਨ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਮਹਾਰਾਜ ਵਰਗਾ ਕੋਈ ਕਵੀ ਨਹੀਂ। ਤੇ ਸਤਿਗੁਰੂ ਜੀ ਬਖਸ਼ਿਸ਼ਾਂ ਐਸੀਆਂ ਕਰਨ ਵਾਲੇ ਹਨ। ਇੱਕ ਘਟਨਾ ਕਹਿ ਕੇ ਫਿਰ ਸਮਾਂ ਹੋ ਗਿਆ ਹੈ ਸਮਾਪਤੀ ਦਾ। ਗੁਰੂ ਸਾਹਿਬ ਜੀ ਦੇ ਚਰਨ ਵਿੱਚ ਮਹਾਰਾਜ ਨੇ ਪੌਂਟਾ ਸਾਹਿਬ ਕਵੀ ਦਰਬਾਰ ਲਗਾਉਂਦੇ, ਕਵੀਆਂ ਨੂੰ ਬੜਾ ਧਨ ਦਿੰਦੇ। ਕਵੀਆਂ ਵਿੱਚੋਂ ਇੱਕ ਕਵੀ ਸੀ ਜਿਹਦਾ ਨਾਮ ਸੀ ਭਾਈ ਚੰਦਨ ਕਵੀ। ਕਿੱਡੀ ਬਰਕਤ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਿੱਡੀਆਂ ਬਖਸ਼ਿਸ਼ਾਂ ਕਰਨ ਵਾਲੇ। ਇਸ ਘਟਨਾ ਤੋਂ ਪਤਾ ਲੱਗੇਗਾ ਜਦੋਂ ਚੰਦਨ ਕਵੀ ਆਇਆ ਤੇ ਉਹਨੇ ਮਾਰੇ ਅੱਗੇ ਇੱਕ ਕਵਿਤਾ ਲੈ ਕੇ ਆਇਆ। ਕਹਿੰਦਾ ਮਹਾਰਾਜ ਮੈਂ ਐਸੀ ਕਵਿਤਾ ਲਿਖੀ ਹੈ ਵੀ ਇਹਦੇ ਕੋਈ ਅਰਥ ਨਹੀਂ ਕਰ ਸਕਦਾ। ਸਤਿਗੁਰੂ ਜੀ ਮੈਂ ਇਸ ਦੇ ਅਰਥ ਇਹਦੇ ਅਰਥ ਨਹੀਂ ਕੋਈ ਕਰ ਸਕਦਾ ਜਿਹੜੀ ਮੈਂ ਕਵਿਤਾ ਲਿਖੀ ਹੈ। ਮਾਰੇ ਕਹਿੰਦੇ ਕਵਿਤਾ ਗੁਰੂ ਸਾਹਿਬ ਨੇ ਵੇਖ ਲਿਆ ਵੀ ਹੰਕਾਰ ਝਲਕਦਾ ਹੈ। ਹੰਕਾਰ ਤੋੜਨ ਦੇ ਲਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ
ਸਤਿਗੁਰੂ ਜੀ ਕਹਿੰਦੇ ਚੰਦਨ ਕਵੀ ਤੇਰੀ ਕਵਿਤਾ ਦੇ ਅਰਥ ਸਾਡੇ ਘੋੜਿਆਂ ਦੇ ਘਾਈ ਕਰਨਗੇ। ਮਾਰੇ ਕਹਿੰਦੇ ਧੰਨੇ ਨੂੰ ਬੁਲਾਉਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਗੁਰੂ ਸਾਹਿਬ ਜੀਆਂ ਨੇ ਧੰਨੇ ਨੂੰ ਬੁਲਾਇਆ ਗਿਆ, ਚੰਦਨ ਕਵੀ ਹੈ। ਮਾਰੇ ਕਹਿੰਦੇ ਚੰਦਨ ਤੂੰ ਆਪਣੀ ਕਵਿਤਾ ਉਚਾਰ, ਧੰਨਾ ਇਸ ਦੇ ਅਰਥ ਕਰੇਗਾ। ਕਵਿਤਾ ਸੀ ਨਵਸਾਤ ਦੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਪਦੇ, ਨਵਸਾਤ ਪੈਦਾਈ ਪਿਆਦਿਕ ਦਾਇਕ ਪਾਏ। जीत कला नवसातन की नवसातन के मुख अंचल छाए, मानो मेघ के मंडल में कव चंदन चंद कलेवर छाए। नवसात 9 जमा 7, नवसात दिए 16 सालां दी इस्त्री है। नवसात कीए कहंदे 16 तरह दे शिंगार कीते। नवसात पीए 16 सालां दा उहदा पति है नवसात पियाए। 16 महीनियां बाद कहंदे प्रदेश तो वापस आया। नवसात रचे कहंदे 16 तरह दा चौपड़। ये धन्ना अर्थ कर रहा है इस कविता दे, चंदन दी कविता दे अर्थ करदा पिया। नवसात रचे नवसात पदे, नवसात प्यादिक दायक पाए। कहंदे 16 तरह दी ताई पाएगी, खेड़ खेडीगी जड़ी। जीत कला नवसातन की, इस खेड़ विच कहंदे पति जितदा है। जीत कला नवसातन की नवसातन के मुख अंचल छाए। जदों पति जितया ते पत्नी ने अपना मुख पल्लो दे नाल टकिया है। मानो मेघ के मंडल में कव चंदन चंद कलेवर छाए। तन्ना अर्थ करदा कहंदे भी जिवें बदलां दे हेठां चंद्रमा आ गया होवे। जदों पत्नी ने मुख टकिया ते कहंदे इस तरह लग्या। जदों धन्ने ने अर्थ कीते ते चंदन हैरान रह गया भी एक घोड़ियां दे घाई तो गुरु गोबिंद सिंह ने अर्थ करा दिया। ये बख्शिशां अज भी वरतदियां, कीते गुरु साहब किरपा करदे। किनू मूर्ख तो विद्वान ते विद्वानां नूं मूर्ख बना रहे, कोई पता नहीं। जदों हैरान हो गया भी धन्ने ने अर्थ कीते हैं। महाराज कहंदे धन्निया हुण तू कविता उचार, ये हुण चंदन अर्थ करेगा। ते भाई धन्ना जी ने महाराज दे चरनां च नमस्कार कीती ते कविता उचारण कीती। कहंदे मीन मरे जल के परसे कबहू ना मरै, पर पावक पाए। हाथ मरै मद के परसे कबहू ना मरै, तन ताप के आए। तिया मरे पिया के परसे कबहू ना मरै, फिर परदेश सदाए। गूढ़ में बात कही द्रिजराज, विचार न सकै बिना चित लाए। जदों ये धन्ने ने कविता उचारी ते चंदन अर्थ करन लग्या, सोचां च पै गया। मीन मरै जल के परसे, मच्छी मर जाती है पानी विच, कबहू ना मरै पर पावक पाए। कदे नहीं मरदी अग विच पाउण लगे। वो सोचां विच पै गया भी ये कैसी कविता है। हाथ मरे, हाथी मर जाता है। मद के परसे, नशा पाउण दे नाल। कबहू ना मरे तन ताप के आए। कहंदे कदे नहीं मरदा ताप चढ़न दे नाल, जद के ताप चढ़न नाल हाथी दी मौत होंदी है। तिया मरे पिया के परसे, पति नूं परसन मिलण दे नाल पत्नी दी मौत हुंदी है। कबहू ना मरै फिर परदेस सदाए। परदेस जाण नाल कदे नहीं मौत हुंदी। चंदन जिहड़ा सी वो सोचां विच पै गया, समझ तो बाहर सी कविता। कहंदा ये कैसी कविता मेरी समझ विच नहीं। कहंदा महाराज मेरी समझ विच नहीं आई, मैं नहीं इस दे अर्थ कर सकदा।
ਮੈਂ ਇਸ ਕਵਿਤਾ ਨੂੰ ਸਮਝ ਨਹੀਂ ਸਕਿਆ। ਗੁਰੂ ਸਾਹਿਬ ਜੀ ਕਹਿੰਦੇ ਧੰਨਿਆ ਫਿਰ ਹੁਣ ਤੂੰ ਹੀ ਅਰਥ ਕਰ ਜਿਹੜੀ ਕਵਿਤਾ ਰਚੀ ਹੈ। ਤੇ ਫਿਰ ਭਗਤ ਭਾਈ ਧੰਨਾ ਜੀ ਅਰਥ ਕਰਦੇ, ਕਹਿੰਦੇ ਮਹਾਰਾਜ ਅਰਥ ਸਿੱਧੇ ਨੇ, ਬਸ ਵਿਸ਼ਰਾਮ ਦਾ ਹੀ ਅੰਤਰ ਸੀ। ਵਿਸ਼ਰਾਮ ਲਾਉਣ ਦਾ ਅੰਤਰ ਹੈ, ਅਰਥ ਤਾਂ ਸਿੱਧੇ ਨੇ, ਵਿਸ਼ਰਾਮ ਦਾ ਸੀ ਫਰਕ। ਕਹਿੰਦੇ ਮੀਨ ਮਰੈ ਜਲ ਕੇ ਪਰਸੇ ਕਬਹੂ ਨਾ, ਮੱਛੀ ਕਦੇ ਨਹੀਂ ਮਰਦੀ ਪਾਣੀ ਵਿੱਚ ਰਵੇ। ਮਰੈ ਪਰ ਪਾਵਕ ਪਾਏ, ਮਰਦੀ ਕਦੋਂ ਅੱਗ ਚ ਪਾ ਦੋਗੇ, ਪਾਣੀ ਤੋਂ ਵੱਖ ਕਰ ਦੋਗੇ। ਹਾਥ ਮਰੈ ਮਦ ਕੇ ਪਰਸੇ ਕਬਹੂ ਨਾ, ਹਾਥੀ ਨੂੰ ਜਿੰਨਾ ਮਰਜੀ ਨਸ਼ਾ ਪਿਲਾ ਦੋ ਕਦੇ ਨਹੀਂ ਮਰੇਗਾ। ਮਰਦਾ ਕਦੋਂ ਹੈ? ਤਨ ਤਾਪ ਕੇ ਆਏ, ਮਰੈ ਤਨ ਤਾਪ ਕੇ ਆਏ। ਤੀਆ ਮਰੈ ਪੀਆ ਕੇ ਪਰਸੇ ਕਬਹੂ ਨਾ, ਇੱਥੇ ਵਿਸ਼ਰਾਮ ਸੀ। ਤੀਆ ਮਰੇ ਪੀਆ ਕੇ ਪਰਸੇ ਕਬਹੂ ਨਾ, ਮੌਤ ਕਦੋਂ ਆਉਂਦੀ ਹੈ? ਫਿਰ ਪਰਦੇਸ ਸਦਾਏ, ਮਰੇ ਫਿਰ ਪਰਦੇਸ ਸਦਾਏ। ਜਦੋਂ ਇਹ ਗੱਲ, ਇਹ ਅਰਥ, ਇਹ ਵਿਸ਼ਰਾਮ ਸੁਣੇ, ਜਿਵੇਂ ਆਪਾਂ ਵੀ ਕਈ ਵਾਰ ਜਿਹਨੇ ਸੰਥਿਆ ਨਹੀਂ ਲਈ ਹੁੰਦੀ ਉਹ ਵਿਸ਼ਰਾਮ ਨਾ ਲਾਇਆ ਹੋਵੇ, ਅਰਥ ਦਾ ਅਨਰਥ ਬਣ ਜਾਂਦਾ ਹੈ। ਬਾਣੀ ਪੜ੍ਹਦੇ ਆ ਨਾ ਮਹਾਰਾਜ, ਜਿਵੇਂ ਗੁਰੂ ਅਰਜਨ ਘਰ ਗੁਰੂ ਰਾਮਦਾਸ, ਹੁਣ ਕਈ ਏਦਾਂ ਹੀ ਪੜ੍ਹ ਜਾਂਦੇ ਗੁਰੂ ਅਰਜਨ ਘਰ ਗੁਰੂ ਰਾਮਦਾਸ, ਭਾਵ ਵੀ ਗੁਰੂ ਅਰਜਨ ਦੇਵ ਜੀ ਦੇ ਘਰ, ਪਰ ਨਹੀਂ, ਗੁਰ ਅਰਜਨ ਘਰ ਗੁਰੂ ਰਾਮਦਾਸ, ਭਗਤ ਉਤਰ ਆਇਓ ਗੁਰੂ ਰਾਮਦਾਸ ਸਾਹਿਬ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਮਦ ਹੋਈ। ਜਦੋਂ ਚੰਦਨ ਨੇ ਇਹ ਗੱਲ ਸੁਣੀ, ਕਹਿੰਦੇ ਹੰਕਾਰ ਟੈ ਢੇਰੀ ਹੋ ਗਿਆ, ਚਕਨਾ ਚੋਰ ਹੋ ਗਿਆ। ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਦਿੱਤਾ। ਸੋਚਣ ਵਾਲੀ ਗੱਲ ਹੈ, ਜਿਹਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਏਡੇ ਵਿਦਵਾਨ ਨੇ, ਤੇ ਜਿਹੜੇ ਵਿਦਵਾਨ ਹੋਣਗੇ ਉਹ ਕਿੱਡੇ ਵਿਦਵਾਨ ਹੋਣਗੇ। ਸਤਿਗੁਰੂ ਜੀ ਆਪ ਬੜੇ ਵੱਡੇ ਵਿਦਵਾਨ, ਸਾਹਿਤ ਵਿਦਾਨ ਕੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ। ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਪਾਪ ਹੀ ਪਾਪ ਹੋਣੇ ਸੀ ਸਾਰੇ, ਕਿਤੇ ਪੱਕੇ ਹੋ ਜਾਣੇ ਸੀ, ਧਰਮ ਦੀ ਕਿਤੇ ਗੱਲ ਨਹੀਂ ਹੋਣੀ ਸੀ, ਸਚਾਈ ਵਾਲੀ ਕਿਤੇ ਗੱਲ ਨਹੀਂ ਮਿਲਣੀ ਸੀ। ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਗ ਜਾਤੇ ਸਾਹਿਤ ਵਿਦਾਨ ਕੀ। ਦੇਵੀ ਦੇਵ ਦੋਹਰਾ ਸੰਤੋਖ ਸਿੰਘ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਵੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਰਮ ਸੂਰਬੀਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਹੁੰਦੇ ਤੇ ਇਹ ਦੇਸ਼ ਦੇਸ਼ ਨਾ ਹੁੰਦਾ, ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਸਤਿਗੁਰੂ ਜੀ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਸੰਗਤ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਭ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰਿ ਰਾਸ ਸੋਦਾਰ ਰਾਗ ਖਾਸਾ।